जिंदगी आ तुझे मैं मौत के हवाले कर दूं, मुझसे अब खूने तमन्ना नहीं देखा जाता। वॉइस ऑफ इंडिया के स्टूडियो में मैं हूं योगराज गुप्ता। आप सबको मेरा आदाब, नमस्कार और प्यार भरी सत श्री अकाल। मैंडोबा प्रोविंस में कोविड सिचुएशन को मद्देनजर रखते हुए इमरजेंसी के लिए 1 महीना एक्सटेंड कर दी गई है ना? उसी की अपडेट लेके हमारे स्टूडियो में तशरीफ फरमाए जनाब MP सिंह, आप हम हार्दिक स्वागत करते हैं। शुक्रिया जी। क्वाइट अलार्मिंग सिचुएशन है। बिल्कुल जी, अलार्मिंग तो है ही है। अलार्मिंग कल्ले मैनीटोबा च नहीं, पूरे कनाडा च, पूरे वर्ल्ड विच ही है। सही बात, ठीक है जी। और ਉਂਝ ਵੈਸੇ ਸੁਖਦ ਖਬਰ ਇਹ ਹੈ ਕਿ ਸਾਡੇ ਹੁਣ ਮੈਨੀਟੋਬਾ ਚ ਕੇਸਿਸ ਜਿਹੜੇ ਆ ਉਹਨਾਂ ਦੀ ਗਿਣਤੀ ਘਟ ਗਈ, ਡੈਥ ਵੀ ਘੱਟ ਹੋ ਰਹੀ ਆ, ਪੋਜ਼ਿਟਿਵ ਕੇਸ ਘੱਟ ਆ ਰਹੇ ਹੈਗੇ ਆ, ਰਿਕਵਰੀ ਬੜੀ ਤੇਜ਼ੀ ਨਾਲ ਹੋ ਰਹੀ ਹੈ। ਇਹ ਇੱਕ ਗੁੱਡ ਸਾਈਨ ਹੈਗਾ। ਮੇ ਬੀ ਬਿਕਾਜ਼ ਆਫ ਪੀਪਲ ਆਰ ਫਾਲੋਇੰਗ ਸਟ੍ਰਿਕਟਲੀ ਗਾਈਡਲਾਈਨ ਕੋ। ਦੇਖੋ ਪੀਪਲ ਜਿਹੜੇ ਆ ਜੀ, ਉਹਨਾਂ ਨੂੰ ਗਾਈਡਲਾਈਨਸ ਫੋਲੋ ਕਰਨੀ ਚਾਹੀਦੀ, ਬਿਨਾਂ ਸ਼ੱਕ ਕਰਨੀ ਚਾਹੀਦੀ। ਜੇ ਨਹੀਂ ਕਰਨਗੇ ਤੇ ਫਿਰ ਤਾਂ ਪ੍ਰੋਬਲਮ ਆਏਗੀ। ਜਿਹੜੇ 30 ਡੇਜ਼ ਐਕਸਟੈਂਡ ਕੀਤੇ ਨਾ ਗੁਪਤਾ ਜੀ, ਇੱਕ ਗੱਲੋਂ ਚੰਗਾ ਕੀਤਾ। ਜੇ ਹੁਣ ਖੋਲ ਵੀ ਦਿੰਦੇ 6 ਜਨਵਰੀ ਨੂੰ ਇਹ ਰਿਸਟ੍ਰਿਕਸ਼ਨਸ ਜਿਹੜੀਆਂ ਸੀਗੀਆਂ ਉਹ ਵਾਪਸ ਵੀ ਲੈ ਲੈਂਦੇ, ਫਿਰ 2 ਮਹੀਨੇ ਬਾਅਦ ਲਾਣੀਆਂ ਪੈਂਦੀਆਂ, ਫਿਰ ਪ੍ਰੋਬਲਮ ਆਉਂਦੀ ਸੀ। ਉਹਨਾਂ ਨੇ ਇਹਨੂੰ ਕੰਟੀਨਿਊ ਕਰ ਦਿੱਤਾ ਤਾਂ ਕਿ ਜਿਹੜਾ ਪ੍ਰੈਸ਼ਰ ਘਟੇ। ਜਿਹੜਾ ਅਲਾਰਮਿੰਗ ਸਿਚੁਏਸ਼ਨ ਤੁਸੀਂ ਗੱਲ ਕਰਦੇ ਹੋ, ਉਹ ਥੋੜਾ ਜਿਹਾ ਉਹਦਾ ਸਾਨੂੰ ਸਕੂਨ ਮਿਲੇ, ਔਰ ਮਿਲੇਗਾ ਮੈਨੂੰ ਲੱਗਦਾ। ਮੈਨੀਟੋਬਾ ਦੇ ਵਿੱਚ ਵੀ ਤੇ ਉਂਝ ਦੂਸਰੇ ਪਾਸੇ ਵੀ ਕਈ ਇਹੋ ਜਿਹੀਆਂ ਸ਼ਿਕਾਇਤਾਂ ਆਈਆਂ ਲੋਕਾਂ ਦੇ ਬਾਰੇ ਕਿ ਅਸਲ 'ਚ ਲੋਕੀ ਨਾ ਰਸਤਾ ਲੱਭ ਲੈਂਦੇ ਕੋਈ ਨਾ ਕੋਈ। ਹੈਲਥ ਅਥਾਰਟੀਜ਼ ਨੇ ਵੀ ਤੇ ਗੌਰਮੈਂਟ ਨੇ ਵੀ ਇਹ ਰਿਸਟ੍ਰਿਕਸ਼ਨਸ ਲਾਈਆਂ ਸੀਗੀਆਂ ਕਿ ਜਿਹੜੀ ਕ੍ਰਿਸਮਸ ਡੇਜ਼ ਹੈਗੇ ਆ, ਨਿਊ ਈਅਰ ਡੇਜ਼ ਹੈਗੇ ਆ, ਇਹਨਾਂ ਦਿਨਾਂ ਦੇ ਵਿੱਚ ਤੁਸੀਂ ਆਪਣੇ ਘਰਾਂ ਵਿੱਚ ਪਾਰਟੀਆਂ ਨਾ ਕਰੋ। ਬਿਲਕੁਲ। ਔਰ ਉਹਨਾਂ ਨੇ ਰਿਸਟ੍ਰਿਕਸ਼ਨਸ ਲਾਈ ਸੀਗੀ ਕਿ ਘਰ ਦੇ ਮੈਂਬਰਾਂ ਤੋਂ ਬਿਨਾਂ ਤੁਸੀਂ ਕਿਸੇ ਹੋਰ ਫੈਮਿਲੀ ਨੂੰ ਇਨਵਾਈਟ ਵੀ ਨਾ ਕਰੋ, ਨਾ ਕਿਸੇ ਦੇ ਜਾਓ। 5 ਬੰਦਿਆਂ ਦੀ ਰਿਸਟ੍ਰਿਕਸ਼ਨ ਸੀਗੀ। ਲੋਕਾਂ ਨੇ ਘਰਾਂ 'ਚ ਪਾਬੰਦੀ ਆ, ਬਾਹਰ ਥੋੜੀ ਹੈਗੀ, ਬਾਹਰ ਜਾ ਕੇ ਟੈਂਟ ਲਾ ਲੈ। ਹੁਣ ਅਜੇ ਉੱਥੋਂ ਤੱਕ ਅਨਫੋਰਚੂਨੇਟ ਅਜੇ ਤੱਕ ਉੱਥੋਂ ਵੈਸੇ ਇੰਨੀ ਬੁਰੀ ਖਬਰ ਕੋ ਆਈ ਨਹੀਂ ਹੈ, ਪਰ ਕੋਈ ਪਤਾ ਨਹੀਂ ਹੁੰਦਾ ਜੇ ਉਹ ਗਵਰਨਮੈਂਟ ਕਲੈਕਟ ਕਰ ਰਹੀ ਹੈ ਡਾਟਾ ਕਿ ਕਿਹੜੇ ਕਿਹੜੇ ਲੋਕ ਜਿਹੜੇ ਸੀ ਬਾਹਰ ਟੈਂਟ ਲਾ ਕੇ ਬੈਠੇ ਸੀਗੇ, ਉਹਨਾਂ ਨੂੰ ਟੈਸਟ ਕਰਵਾਇਆ ਜਾਵੇ। ਜੇ ਟੈਸਟਿੰਗ ਦੇ ਵਿੱਚ 1-2 ਵੀ ਪੋਜ਼ਿਟਿਵ ਆ ਗਏ ਤੇ ਉਹ ਸਾਰਿਆਂ ਦੀ ਪ੍ਰੋਬਲਮ ਸਾਰਿਆਂ ਵਾਸਤੇ ਹੋ ਜਾਣੀ। ਉਹ ਕਿਹਨੂੰ ਮਿਲੇ, ਕਿਹਦੇ ਨਾਲ ਕੰਟੈਕਟ ਵਿੱਚ ਰਹੇ, ਇਸ ਤਰੀਕੇ ਦੀ ਜਿਹੜੀ ਸਿਚੁਏਸ਼ਨ ਬਣ ਜਾਂਦੀ ਹੈ ਔਰ ਅਸੀਂ ਆਪ ਦਾ ਨੁਕਸਾਨ ਆਪੇ ਕਰ ਲੈਂਦੇ। ਬਿਲਕੁਲ। ਹੁਣ ਤੁਸੀਂ ਦੇਖੋ 30 ਡੇਜ਼ ਲਈ ਹੋਰ ਰਿਸਟ੍ਰਿਕਸ਼ਨਸ ਹੈਗੀਆਂ, ਉਹਦੇ ਨਾਲ ਆਮ ਲੋਕ ਸਮਝਦੇ ਕਿ ਜੀ ਬੜਾ ਔਖਾ ਜੀ ਘਰ ਰਹਿਣਾ, ਜਾਂ ਅਸੀਂ ਕਿਤੇ ਜਾ ਨਹੀਂ ਸਕਦੇ। ਬੱਚਿਆਂ ਦੀਆਂ ਜਿਹੜੀ ਕ੍ਰਿਸਮਸ ਹੌਲੀਡੇਜ਼ ਸੀਗੀਆਂ, ਵਿੰਟਰ ਵਕੇਸ਼ਨ ਸੀ, ਇੰਝ ਹੀ ਲੰਘ ਗਈ। ਤੁਸੀਂ ਦੇਖੋ ਜ਼ਿੰਦਗੀ ਨਾਲੋਂ ਚੰਗਾ ਹੋਰ ਕੀ ਹੈ? ਸੇਫਟੀ ਨਾਲ जो जितने स्मॉल साइज मीडियम साइज बिजनेस हैं उनकी तो कमर टूटी हुई। ਉਹ ਬਿਲਕੁਲ ਜੀ, ਉਹ ਬਹੁਤ ਬੁਰੀ ਹਾਲਤ ਹੈ। ਛੋਟੇ ट्रैवल इंडस्ट्री हो गया, होटल रेस्टोरेंट वगैरह हो गए, ਜਿਹੜੇ ਛੋਟੇ ਕਾਰੋਬਾਰ ਨੇ ਜੀ, ਉਹਨਾਂ ਦੇ ਦੁਬਾਰਾ ਉੱਠਣ ਦੇ ਚਾਂਸਸ ਹੀ ਨਹੀਂ ਰਹਿ ਗਏ। ਬਿਲਕੁਲ ਸਹੀ ਬਾਤ। ਠੀਕ ਹੈ, ਜਿਵੇਂ ਤੁਸੀਂ ਹੋਟਲ ਰੈਸਟੋਰੈਂਟ ਦੀ ਗੱਲ ਕੀਤੀ ਹੈਗੀ ਆ, ਬਹੁਤ ਬੰਦ ਹੋ ਗਏ ਬਹੁਤ। ਔਰ ਛੋਟੇ ਨਹੀਂ ਵੱਡੇ ਵੀ ਬੰਦ ਹੋ ਗਏ। ਇਟ ਅਫੈਕਟਡ एवरीवन। ਵੱਡੇ ਵੀ ਬੰਦ ਹੋ ਗਏ। ਤੁਸੀਂ ਦੇਖੋ ਮੈਨੇ ਜਿਹੜਾ ਵਿਨੀਪੈਗ 에ਅਰਪੋਰਟ ਦੇ ਲਾਗੇ ਬਿਲਕੁਲ ਉਹਦੇ ਪੈਰੀਮੀਟਰ ਦੇ ਵਿੱਚ 7 ਵੱਡੇ ਹੋਟਲ ਬਣੇ ਸੀ ਕਿ ਜਦੋਂ ਇਹ 에ਅਰਪੋਰਟ ਇੰਟਰਨੈਸ਼ਨਲ 에ਅਰਪੋਰਟ ਬਣਾਇਆ ਗਿਆ ਸੀ। 7 ਦੇ 7 ਬੰਦ ਹੈ ਇਸ ਵੇਲੇ। ਇੱਕ ਵੀ ਉੱਥੇ ਪੈਸੰਜਰ ਨਹੀਂ ਹੈਗਾ। ਜਦ ਫਲਾਈਟਾਂ ਨਹੀਂ ਆਉਂਦੀਆਂ, ਇੰਟਰਨੈਸ਼ਨਲ ਫਲਾਈਟਾਂ ਨਹੀਂ ਆਉਂਦੀਆਂ, ਪੈਸੰਜਰ ਕਿਹਨੇ ਆਉਣਾ ਤੇ ਉੱਥੇ ਗੈਸਟ ਕਿਹੜੇ ਨੇ ਹੋਟਲ ਸਟਾਫ ਸਾਰਾ ਘਰਾਂ 'ਚ ਬੈਠਾ ਹੈਗਾ, ਕੋਈ ਨਹੀਂ ਜਾ ਰਿਹਾ, ਕਿਸੇ ਨੂੰ ਕੋਈ ਕੰਮ ਨਹੀਂ ਹੈਗਾ। ਖਾਸ ਕਰਕੇ ਹੋਟਲ स्टाफ तो बिल्कुल ही, in spite of the fact फेडरल गवर्नमेंट ने थोड़ी रिलीफ दिया था, but that is too late। कोई फायदा भी नहीं, एडा ਵੱਡਾ फायदा नहीं हो सकता। ਤੁਸੀਂ ਦੇਖੋ ਬਿਜਲੀ ਦੇ ਬਿੱਲ ਤਾਂ ਉੱਥੇ ਉਸ ਤਰੀਕੇ ਨਾਲ ਆਉਂਦੇ, ਹੀਟਿੰਗ ਤਾਂ ਉਸ ਤਰੀਕੇ ਦੀ ਹੈਗੀ ਹੈ, ਉਹਦੀ ਮੇਨਟੇਨੈਂਸ। ਜਿਹਨਾਂ ਲੋਕਾਂ ਨੇ ਲੋਨ ਲਏ ਆ, $1 ਮਿਲੀਅਨ ਦੀ ਪ੍ਰਾਪਰਟੀਜ਼ ਬਿਲਡ ਹੋਈਆਂ ਹੈਗੀਆਂ, ਲੋਨ ਨਹੀਂ ਲਿਆ ਤਾਂ ਲੋਨ ਤੇ ਉਹ ਚਲੋ 2-4-6 ਮਹੀਨੇ ਵਾਸਤੇ ਪੇਮੈਂਟ ਡੈਫਰ ਹੋ ਗਈਆਂ ਹੋਣਗੇ, ਪਰ ਇੰਟਰਸਟ ਦਾ ਚੱਕਰ ਤਾਂ ਘੁੰਮ ਹੀ ਜਾਂਦਾ ਨਾ। ਕਿੰਨਾ ਔਖਾ ਹੈਗਾ। ਔਰ ਚਲੋ ਵੱਡੇ ਨੂੰ ਜਿਹਨੇ ਇੱਕ ਹੋਟਲ ਜਿਹੜਾ ਕਿਸੇ ਦਾ ਹੈਗਾ, ਉਹਦੇ ਹੋਰ ਵੀ 4 ਹੋਣਗੇ, ਜਾਂ ਡਿਫਰੈਂਟ ਸ਼ਹਿਰਾਂ ਵਿੱਚ ਵੀ ਹੋ ਸਕਦਾ ਹੋਣ। ਇੱਥੇ ਇੱਕ ਨਹੀਂ ਚੱਲਦਾ ਤੇ ਹੋਰ ਚੱਲਦੇ ਹੋ ਸਕਦੇ ਹੋਣ। ਸਿਚੁਏਸ਼ਨ ਪੂਰੇ ਕੰਟਰੀ ਮੇਂ ਹੀ ਵੈਸੀ ਹੈ। ਜਿਹਨਾਂ ਦਾ ਕਾਰੋਬਾਰ ਹੀ ਛੋਟਾ ਜਿਹਾ, ਫਾਰ ਐਗਜ਼ਾਮਪਲ ਹੇਅਰ ਸਲੂਨ ਹੈ ਜੀ, ਹਾਂਜੀ, ਕੋਈ ਸਪਾ ਹੈਗਾ, ਕੋਈ ਹੋਰ ਇਹੋ ਜਿਹਾ ਬਿਜ਼ਨਸ ਹੈ ਬਿਲਕੁਲ ਛੋਟਾ, ਜਿਹਦੇ ਓਨਰ ਦੀ ਹੈਂਡ ਟੂ ਮਾਊਥ ਹੀ ਹੈ, ਸਰਵਾਈਵਲ ਹੀ ਨਹੀਂ ਹੈਗੀ, ਉਹ ਕੀ ਕਰੇਗਾ?
ਬੜੀ ਔਖੀ ਗੱਲ ਹੈਗੀ ਆ। ਔਰ ਇਸ ਔਖੀ ਘੜੀ ਦੇ ਵਿੱਚ ਲੋਕਾਂ ਨੂੰ ਸਬਰ ਸੰਤੋਖ ਰੱਖਣਾ ਚਾਹੀਦਾ, अपने आप पे सेल्फ कंट्रोल चाहिए। सेल्फ कंट्रोल जो वो फायदा कर सकता है। गवर्नमेंट ने जो रिस्ट्रिक्शन लगाई थी, एडवाइजरी थी कि ट्रैवल के लिए, तो बड़ी ताज्जुब की बात है कि हमारे लीडरान जो हैं, क्या मैनिटोबा के, क्या फेडरल लेवल के कई प्रोविंस में, बिल्कुल उनका जो ट्रैवल है, बिल्कुल ठीक है जी। एडवाइजरी ये हुई सी कि तुसीं ट्रैवल नहीं करना। ट्रैवल केड़ा अननेसेसरी किते नहीं जाना, नॉन एसेंशियल जो है, नॉन एसेंशियल, ठीक है। हुण ओ ट्रैवल सारे ही कर गए, बहुत ਵੱਡੇ ਵੱਡੇ ਮਿਨਿਸਟਰ ਤੱਕ ਕਰ ਗਏ, ਐਮਐਲਏ ਕਰ ਗਏ, they have to resign, ਠੀਕ ਹੈ ਜੀ। ਔਰ ਉਹ ਤੁਸੀਂ ਦੇਖੋ ਬੜੇ ਅਸੀਂ ਬੜੇ ਚੰਗੇ ਕੰਟਰੀ 'ਚ ਰਹਿੰਦੇ ਹਾਂ ਗੁਪਤਾ ਜੀ, ਇੱਥੇ ਆਨਸਰੇਬਲ ਹੈਗੇ ਨੇ, ਭਾਵੇਂ ਉਹ ਪ੍ਰਾਈਮ ਮਿਨਿਸਟਰ ਕਿਉਂ ਨਹੀਂ ਹੈਗਾ, ਭਾਵੇਂ ਕਿਸੇ ਸੂਬੇ ਦਾ ਗਵਰਨਰ ਕਿਉਂ ਨਹੀਂ ਹੈਗਾ, ਭਾਵੇਂ ਉਹ ਪ੍ਰੀਮੀਅਰ ਕਿਉਂ ਨਹੀਂ ਹੈਗਾ, ਭਾਵੇਂ ਐਮਐਲਏ ਕਿਉਂ ਨਹੀਂ, ਜੋ ਵੀ ਹੈ ਉਹ ਆਨਸਰੇਬਲ ਲੋਕੀ ਘੇਰ ਲੈਂਦੇ ਝੱਟ, ਔਰ ਉਹਨਾਂ ਨੂੰ ਜਵਾਬ ਦੇਣਾ ਪੈਂਦਾ। ਇਹ ਨਹੀਂ ਹੈਗਾ ਕਿ ਲੋਕਾਂ ਨੇ ਘੇਰ ਲਿਆ, ਪ੍ਰੈਸ ਨੇ ਘੇਰ ਲਿਆ ਤੇ ਉਹ ਕਹਿਣ ਜੀ ਮੈਂ ਤਾਂ ਜਵਾਬ ਨਹੀਂ ਦਿੰਦਾ, ਠੀਕ ਹੈ ਜੀ। ਉਹ ਸਾਡੀ ਬਦਕਿਸਮਤੀ ਆ, ਬੈਕ ਹੋਮ ਸਾਡੇ ਇਦਾਂ ਹੀ ਚੱਲਦਾ ਪਿਆ, ਉੱਥੇ ਪਰਵਾਹ ਨਹੀਂ ਕਰਦਾ ਕਿਸੇ ਨੂੰ। ਤੁਸੀਂ ਪੁੱਛ ਲਓ ਉੱਥੇ ਮੰਤਰੀ ਹਸਦਨ ਨੂੰ ਪਹਿਲੀ ਗੱਲ ਤਾਂ ਕੋਈ ਪੁੱਛਦਾ ਹੀ ਨਹੀਂ, ਜੇ ਕੋਈ ਪੁੱਛ ਵੀ ਲਵੇ ਤਾਂ ਉਹ ਕਹਿੰਦੇ ਜੀ ਮੈਂ ਬਾਉਂਡ ਨਹੀਂ ਆ ਤੁਹਾਡਾ ਜਵਾਬ ਦੇਵਾਂ। ਇੱਥੇ ਲੋਕੀ ਇਸ ਤਰੀਕੇ ਨਾਲ ਪੁੱਛਦੇ, ਕਹਿਣਾ ਨਹੀਂ ਪੜਾ। ਦੇਖੋ ਉਸਕੋ ਦੀ ਡੇ ਹੀ ਅਰਾਈਵ ਨੈਕਸਟ ਡੇ ਰਿਜ਼ਾਈਨ। ਹਾਂਜੀ, ਹੁਣ ਤੁਸੀਂ ਦੇਖੋ ਇੱਕ ਐਮਪੀ ਹੈ ਜਿਹੜੀ ਪਾਰਲੀਮੈਂਟਰੀ ਸੈਕਟਰੀ ਹੈਗੀ, ਪੰਜਾਬੀ ਹੈ, ਮੇਰੇ ਕੋਲ ਨਾਂ ਨੋਟ ਆ ਜੀ ਉਹਨਾਂ ਦਾ, ਲਿਬਰਲ ਦੀ ਹੈ ਜੀ, ਕਮਲ ਖੇੜਾ। ਹਾਂ। ਹੁਣ ਉਹਦੇ ਇਸੇ COVID-19 ਦੇ ਸੀਜ਼ਨ ਦੇ ਵਿੱਚ ਹੀ ਉਹਦੇ ਫਾਦਰ ਐਕਸਪਾਇਰ ਹੋ ਗਏ, ਉਹਦੇ ਅੰਕਲ ਐਕਸਪਾਇਰ ਹੋ ਗਏ। ਉਹ ਹੁਣ ਆਪਦੇ ਅੰਕਲ ਦੀ ਬੇਟੀ ਦੇ ਕੋਲ ਅਫਸੋਸ ਕਰਨ ਗਈ। ਉੱਥੇ ਬਹੁਤ ਉਹਨੇ ਦੱਸਿਆ ਕਿ ਉਹਦੇ ਜਿਹੜਾ ਅਫਸੋਸ ਕਰਨ ਵਾਲੇ ਬੜੇ ਲਿਮਿਟਡ ਸੀ ਲੋਕ, ਉਹਨੇ ਐਕਸਪਲੇਨ ਵੀ ਕੀਤਾ, ਈਵਨ ਦੈਨ ਉਹਨੂੰ ਰਿਜ਼ਾਈਨ ਕਰਨਾ ਪਿਆ, ਠੀਕ ਹੈ ਜੀ। ਇਸੇ ਤਰ੍ਹਾਂ ਇੱਕ ਹੋਰ ਜਿਹੜੇ ਸੀਗੇ MP ਹੈਗੇ ਸੀ ਸਮੀਰ, ਠੀਕ ਹੈ ਜੀ, ਉਹ ਆਪਦੀ ਉਹਨਾਂ ਦੀ ਵਾਈਫ, ਉਹਦੇ ਗ੍ਰੈਂਡਫਾਦਰ ਜਿਹੜੇ ਸੀ ਉਹ ਢਿੱਲੇ ਮੱਠੇ ਹੋਣਗੇ ਸਿਹਤ ਵੱਲੋਂ, ਸਾਰਿਆਂ ਨੂੰ ਤਕਲੀਫ ਹੁੰਦੀ ਹੈ ਜਦੋਂ ਬਜ਼ੁਰਗ ਹੋਵੇ ਨਾ ਜੀ ਕੋਈ, ਜਿਵੇਂ ਕਮਲ ਖੇੜਾ ਦੇ ਫਾਦਰ ਬਜ਼ੁਰਗ ਹੀ ਹੋਣਗੇ ਤੇ ਉਹਦੇ ਅੰਕਲ ਬਜ਼ੁਰਗ ਹੀ ਹੋਣਗੇ, ਇਹਦੀ ਸਮੀਰ ਦੀ ਪਤਨੀ ਦੇ ਜਿਹੜੇ ਗ੍ਰੈਂਡਫਾਦਰ ਉਹਦੇ ਮੈਂਬਰ ਪਾਰਲੀਮੈਂਟ ਦੀ ਵਾਈਫ ਦੇ ਗ੍ਰੈਂਡਫਾਦਰ ਉਹ ਬਜ਼ੁਰਗ ਹੀ ਹੋਣਗੇ। ਜਦੋਂ ਬਜ਼ੁਰਗ ਦੇ ਬਿਮਾਰ ਹੋਣ ਦਾ ਪਤਾ ਲੱਗਦਾ ਨਹੀਂ, ਢਿੱਲ ਮੱਠ ਥੋੜਾ ਪਤਾ ਲੱਗਦਾ ਤਾਂ ਘਬਰਾਹਟ ਤਾਂ ਹੁੰਦੀ, ਠੀਕ ਹੈ ਜੀ। ਫਿਰ ਇੱਕ ਹੋਰ ਗੱਲ, ਚਲੋ ਜੇ ਵੈਸੇ ਵੀ ਦੇਖੀਏ ਸਾਡੇ ਭਾਈਚਾਰੇ ਦੇ ਵਿੱਚ ਹੁੰਦਾ ਵੀ ਚਲੋ ਯਾਰ ਜਾਂਦੇ ਮਿਲ ਹੀ ਲਈਏ ਇੱਕ ਵਾਰੀ, ਮਨ ਚ ਅਫਸੋਸ ਹੀ ਨਾ ਰਵੇ ਕਿ ਅਸੀਂ ਜਾਂਦੀ ਵਾਰੀ ਮਿਲੇ। ਹਾਂਜੀ, ਤੇ ਹੈਪਨ ਤਾਂ ਹੋ ਹੀ ਜਾਣਾ ਹੁੰਦਾ। ਇੱਕ ਤਾਂ ਏਜ ਫੈਕਟਰ ਹੈਗਾ, ਇੱਕ ਕੋਈ ਨਾ ਕੋਈ ਢਿੱਲ ਮੱਠ ਬਿਮਾਰੀ ਹੈ ਜੀ। ਫਿਰ ਕੋਵਿਡ ਨੇ ਇਸ ਤਰੀਕੇ ਨਾਲ ਸਾਰਾ ਰਿਸਟ੍ਰਿਕਸ਼ਨਸ ਲਾਈਆਂ ਹੁੰਦੀਆਂ, ਖਾਣ ਪੀਣ ਦਾ ਵੀ ਤੁਸੀਂ ਧਿਆਨ ਰੱਖਣਾ, ਮੈਡੀਸਨ ਦਾ ਵੀ ਧਿਆਨ ਰੱਖਣਾ, ਤੁਸੀਂ ਘੁੰਮ ਫਿਰ ਵੀ ਨਹੀਂ ਸਕਦੇ, ਕਿਤੇ ਆ ਜਾ ਵੀ ਨਹੀਂ ਸਕਦੇ, ਬਾਹਰ ਨਹੀਂ ਨਿਕਲ ਸਕਦੇ, ਇਹੋ ਜਿਹੀਆਂ ਪਾਬੰਦੀਆਂ ਬਜ਼ੁਰਗਾਂ ਤੇ ਜ਼ਿਆਦਾ ਹੁੰਦੀਆਂ। ਜਦੋਂ ਇਹ ਸਿਚੁਏਸ਼ਨ ਹੁੰਦੀ ਹੈ ਨਾ ਜੀ, ਉਦੋਂ ਫਿਰ ਬੰਦੇ ਦਾ ਮਨ ਥੋੜਾ ਜਿਹਾ ਪਰੇਸ਼ਾਨ ਹੁੰਦਾ। ਔਰ ਉਹ ਜਿਹੜਾ ਹੈਗਾ ਜੀ MP ਜਿਹੜਾ ਸਮੀਰ, ਉਹਨੂੰ ਵੀ ਰਿਜ਼ਾਈਨ ਦੇਣਾ ਪੈ ਗਿਆ ਹੈ ਜੀ। ਤੇ ਪਾਰਲੀਮੈਂਟ ਸੈਕਟਰੀ ਦੀ ਕਮੇਟੀ ਜਿਹੜੀ ਸੀ ਉਹਨੂੰ ਉਹ ਤੋਂ ਅਸਤੀਫਾ ਦੇ ਦਿੱਤਾ। ਇਹਦੀ ਕੰਜ਼ਰਵੇਟਿਵ ਦੇ MP ਹੈਗੇ ਜੀ ਡੇਵਿਡ ਕੈਲਗਰੀ ਤੋਂ, ਹਾਂਜੀ ਕੈਲਗਰੀ ਤੋਂ MP ਹੈਗੇ ਰੌਨ। NDP ਦੀ MP ਹੈ ਜੀ ਇੱਕ, ਆਪਾਂ ਵਿਨੀਪੈਗ ਨਾਲ ਉਹਦਾ ਸੰਬੰਧ ਹੈ, ਨਿੱਕੀ ਐਸ਼ਟਨ, ਠੀਕ ਹੈ ਜੀ। ਉਹਨੂੰ ਵੀ ਉਹਦੇ ਕਟਹਿਰੇ 'ਚ ਖੜਾ ਕਰ ਲਿਆ, ਬਿਲਕੁਲ ਤੂੰ ਦੱਸ ਟਰੈਵਲ ਕਿਉਂ ਕੀਤਾ। ਹਾਲਾਂਕਿ ਸਾਰਿਆਂ ਦੇ ਕੋਲ ਕੋਈ ਨਾ ਕੋਈ ਬਹਾਨਾ ਹੈਗਾ, ਐਕਸਕਿਊਜ਼ ਹੈਗਾ, ਪਰ ਵੱਡੀ ਜਿਹੜੀ ਗੱਲ ਹੈ, ਜੇ ਉਹ ਐਕਸਕਿਊਜ਼ ਕਰਨਗੇ ਤਾਂ ਆਮ ਲੋਕ ਵੀ ਤਾਂ ਕਰਨਗੇ ਨਾ। ਬਿਲਕੁਲ ਸਰ, ਸਹੀ ਬਾਤ ਹੈ, ਬਿਲਕੁਲ ਸਹੀ ਬਾਤ। ਜੇ ਉਹਨਾਂ ਦੇ ਐਕਸਕਿਊਜ਼ ਨੂੰ ਐਕਸੈਪਟ ਕਰ ਲਿਆ ਜਾਊਗਾ ਤੇ ਤੁਹਾਨੂੰ ਤੇ ਮੈਨੂੰ ਕੀ ਤਕਲੀਫ, ਪ੍ਰੋਬਲਮ ਹੈ। ਅਸੀਂ ਨਹੀਂ ਐਕਸਕਿਊਜ਼ ਬਣਾ ਸਕਦੇ। ਗਾਈਡਲਾਈਨ ਤਾਂ ਥੀ ਨਾਨ ਐਸੈਂਸ਼ੀਅਲ ਜੋ ਵੀ ਹੈ। ਹੁਣ ਤੁਸੀਂ ਦੇਖੋ ਜੀ, ਮੈਂ ਤੁਹਾਨੂੰ ਆਪਣੇ ਬਾਰੇ ਦੱਸਣਾ ਚਾਹੁੰਦਾ। ਮੇਰੇ ਆਪਣੇ ਸਭ ਤੋਂ ਛੋਟੇ ਚਾਚਾ ਜੀ, ਤੁਸੀਂ ਵੇਖੇ ਆ, ਉਹ ਇੰਡੀਆ 'ਚ ਬੈਕ ਹੋਮ ਕੋਵਿਡ ਦੇ ਦਿਨਾਂ ਦੇ ਵਿੱਚ ਉਹਨਾਂ ਦੀ ਸ਼ੂਗਰ ਇੱਕ ਦਿਨ ਬਹੁਤ ਜ਼ਿਆਦਾ ਵੱਧ ਗਈ। ਪੇਸ਼ੈਂਟ ਸ਼ੂਗਰ ਦੇ ਕਾਫੀ ਸਾਲਾਂ ਤੋਂ ਸੀ, ਬੜੇ 20-15 ਸਾਲਾਂ ਤੋਂ ਸੀਗੇ। ਤੇ ਗਰਮੀਆਂ ਦਿਨ ਉੱਥੇ ਗਰਮੀ ਵੀ ਬੜੀ, ਤੁਹਾਨੂੰ ਪਤਾ ਹੀ ਹੈ, ਲੋਹੜੀ ਦੀ ਪੈਂਦੀ। ਇੱਥੇ ਤਾਂ ਅਸੀਂ AC ਰੂਮਾਂ 'ਚ ਬੈਠੇ ਹਾਂ, ਕਾਰਾਂ ਵੀ AC, ਆਫਿਸ ਵੀ AC, ਬੱਸਾਂ ਵੀ AC। ਉਹ ਘਰ ਦੇ ਵਿੱਚ ਸੀਗੇ ਤੇ ਇੱਕ ਦਿਨ ਅਚਾਨਕ ਅਖਬਾਰ ਪੜ੍ਹ ਰਹੇ ਬੈਠੇ ਏਦਾਂ ਵਿਹੜੇ ਦੇ ਵਿੱਚ, ਤੇ ਉਹਨਾਂ ਦੀ ਅੱਖਾਂ ਦੇ ਮੂਹਰੇ ਹਨੇਰਾ ਜਿਹਾ ਆ ਗਿਆ, ਦਿਸਣੋਂ ਰੁਕ ਗਿਆ। ਉਹਨਾਂ ਨੇ ਫਟਾਫਟ ਪਰਿਵਾਰ ਦੇ ਜੀਆਂ ਨੂੰ ਕਿਹਾ ਕਿ ਮੈਨੂੰ ਪਤਾ ਨਹੀਂ ਕੀ ਹੋ ਗਿਆ। ਵੇਖਦਿਆਂ ਕੁਝ ਘੰਟਿਆਂ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ, ਠੀਕ ਹੈ ਜੀ।
ਉਹ ਹੱਥੋਂ ਗਏ। ਉਹਨਾਂ ਦਾ ਹੁਣ ਫਿਨਰਲ ਸੀਗਾ, ਸੰਸਕਾਰ ਸੀ, ਘਰ ਦੇ ਵੀ 4 ਜੀਆਂ ਤੋਂ ਬਾਅਦ 5ਵਾਂ ਜੀ ਨਹੀਂ ਜਾ ਸਕਿਆ। ਇੰਡੀਆ ਦੀ ਮੈਂ ਗੱਲ ਕਰਦਾ, ਵੈਰੀ ਅਨਫੋਰਚੂਨੇਟ। ਸੇਮ ਸਿਚੁਏਸ਼ਨ ਇੱਥੇ ਵੀ ਹੈਗੀ। ਕੱਲ ਇੱਕ ਸਾਡੇ ਰਿਲੇਟਿਵ ਦੀ ਪਰਸੋਂ ਸੰਡੇ ਨੂੰ ਕ੍ਰਿਮੇਸ਼ਨ ਸੀਗੀ, ਅਸੀਂ ਉੱਥੇ ਜਾ ਨਹੀਂ ਸਕੇ। ਬੜੇ ਸਾਡੇ ਕਲੋਜ਼ ਰਿਲੇਟਿਵ ਸਾਡਾ ਮਤਲਬ ਘਰ ਦੀ ਵੱਡੀ ਬੇਬੇ ਬਜ਼ੁਰਗ ਸਾਡੇ ਬੀਜੀ, ਉਹਨਾਂ ਦੀ ਡੈਥ ਹੋ ਗਈ ਤੇ ਅਸੀਂ ਉੱਥੇ ਜਾ ਹੀ ਨਹੀਂ ਸਕੇ। ਹੁਣ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਜਿਹੜੀ ਉੱਥੇ ਚਾਚਾ ਜੀ ਵਾਲੀ ਗੱਲ, ਮੇਰੇ ਚਾਚੀ ਜੀ, ਉਹਨਾਂ ਦੇ ਚਾਚਾ ਜੀ ਦੀ ਵਾਈਫ, ਉਹ ਕੈਨੇਡਾ ਆਏ ਹੋਏ, ਵਿਨੀਪੈਗ ਆਏ ਹੋਏ, ਆਇਆ ਨੂੰ 2 ਮਹੀਨੇ ਹੋ ਗਏ, ਮੈਂ ਉਹਨਾਂ ਕੋਲ ਨਹੀਂ ਜਾ ਸਕਿਆ। ਮੈਨੂੰ ਮਤਲਬ ਜੀ ਕਿਤੇ ਨਹੀਂ ਕਰਦਾ ਵੀ ਜਾ ਕੇ ਬਈ ਜਾਈਏ। ਅਸੀਂ ਉਹਨਾਂ ਨੂੰ ਥੋੜਾ ਹੌਸਲਾ ਦੇਣਾ ਸੀਗਾ ਨਾ, ਜਾਂ ਆਸ਼ੀਰਵਾਦ ਹੁੰਦਾ ਵੱਡਿਆਂ ਦਾ, ਉਹ ਲੈਣਾ ਸੀ। ਅਸੀਂ ਨਹੀਂ ਗਏ। ਕਿਉਂ ਨਹੀਂ ਗਏ? ਕਿ ਰਿਸਟ੍ਰਿਕਸ਼ਨਸ ਹੈਗੀਆਂ। ਠੀਕ ਹੈ ਜੀ, ਤੁਸੀਂ ਨਹੀਂ ਜਾ ਸਕਦੇ ਕਿਸੇ ਦੇ ਘਰ, ਤੁਹਾਡੇ ਘਰ ਕੋਈ ਨਹੀਂ ਆ ਸਕਦਾ, ਫਾਲੋ ਕਰਨਾ ਚਾਹੀਦਾ। ਹੁਣ ਜੇ ਜਿਹੜੇ MLA MPs ਦੇ ਮੈਂ ਨਾਂ ਤੁਹਾਨੂੰ ਦੱਸੇ ਹੈਗੇ ਆ, ਇਹ ਜਿਹੜੇ ਵੀ ਆ, ਜੇ ਇਹ ਫਾਲੋ, हम मीडिया रिलेटेड हैं, हम लोगों को आए दिन अपडेट करते हैं, तो हम ही नहीं फॉलो करें तो खुद फॉलो नहीं करेंगे, बिल्कुल फिर तो क्वेश्चन होएगा ਸਾਡੇ ਤੇ ਵੀ ਕੁਐਸਚਨ ਹੋਏਗਾ। ਹੁਣ ਮੰਨ ਲਓ ਮੈਂ ਇਹ ਗੱਲ ਕਹਿਣਾ ਵੀ ਮੇਰੇ ਚਾਚੀ ਜੀ ਆਏ ਹੋਏ ਤੇ ਮੈਂ ਉਹਨੂੰ ਮਿਲਣ ਤੱਕ ਨਹੀਂ ਜਾ ਸਕਿਆ, ਇਸ ਚਾਹੀ ਹੈ ਨਾ। ਤੇ ਜੇ ਮੈਂ ਦੂਜੇ ਦਿਨ ਹੀ ਗਿਆ ਹੁੰਦਾ, ਸਹੀ ਬਾਤ, ਤੇ ਜੇ ਉੱਥੇ ਮੈਨੂੰ ਟਿਕਟ ਮਿਲੀ ਹੁੰਦੀ, ਜਾਂ ਮੇਰੇ ਬਾਰੇ ਕਿਸੇ ਹੋਰ ਨੇ ਗੱਲ ਮੈਨੂੰ ਨੋਟਿਸ ਕੀਤਾ ਹੁੰਦਾ, ਤੇ ਉਹ ਕਹਿਣਾ ਸੀ ਤੁਸੀਂ ਸਟੂਡੀਓ 'ਚ ਬੈਠ ਕੇ ਤੇ ਇਦਾਂ ਦੀਆਂ ਗੱਲਾਂ ਕਰਦੇ ਹੋ, ਤੇ ਆਪ ਕੀ ਤੁਹਾਡਾ ਕਿਰਦਾਰ ਕੀ ਹੈਗਾ। ਠੀਕ ਹੈ ਜੀ, ਇਸ ਤਰੀਕੇ ਦੀ कोविड की आप जो एक्सटेंशन की बात कर रहे हो 1 महीने की, आपको क्या लगता है 1 month is enough, it will be controlled? ਦੇਖੋ ਜਿਹੋ ਜੀ ਸਿਚੁਏਸ਼ਨ ਬਣੀ ਹੈ ਨਾ ਜੀ ਵਰਲਡ ਲੈਵਲ ਤੇ, ਹੁਣ ਤੁਸੀਂ ਦੇਖੋ UK ਦੀ ਗੱਲ ਅਸੀਂ ਕਰਦੇ ਹਾਂ, UK ਦੇ ਵਿੱਚ ਇੱਕ ਨਵੀਂ ਪ੍ਰੋਬਲਮ ਖੜੀ ਹੋ ਗਈ, डेफिनेटली COVID-19। एवरीबॉडी वाज इन मूड ऑफ सेलिब्रेशन के कोविड की वैक्सीन आ गई है, तो UK में सबसे पहले आई है, अगले दिन ही ये बात। हाँ जी, ਉਹ ਹੁਣ COVID-19 ਦਾ ਵੀ ਬਾਪ ਆ ਗਿਆ ਉੱਥੇ। ਠੀਕ ਹੈ ਜੀ, ਉਹਨੇ ਸਾਰਾ ਦੇਸ਼ ਜਿਹੜਾ ਸੀਗਾ ਉਹ ਆਪਦੇ ਜਕੜ ਵਿੱਚ ਲੈ ਲਿਆ। ਹਾਲਾਤ ਇਹ ਬਣ ਗਏ ਕਿ ਉੱਥੇ ਐਮਰਜੈਂਸੀ ਲਾਤੀ, पूरे UK ਦੇ ਵਿੱਚ ਐਮਰਜੈਂਸੀ ऐसे। और जो ट्रैवल के लोग बाहर भी गए हैं, इंडिया में भी 28-30 लोग उन्होंने ट्रैवल किया, जिन्हों ने भी ट्रैवल किया UK ਤੋਂ ਵਰਲਡ ਦੇ ਕਿਸੇ ਕੰਟਰੀ 'ਚ ਵੀ ਟਰੈਵਲ ਕੀਤਾ, ਡਜ਼ਨਟ ਮੈਟਰ US ਆਏ, ਉਹ ਕੈਨੇਡਾ ਆਏ, ਯੂਰਪ ਦੇ ਕਿਸੇ ਹੋਰ ਕੰਟਰੀ 'ਚ ਗਏ, ਇੰਡੀਆ ਵੀ ਗਏ। ਠੀਕ ਹੈ ਜੀ, ਉੱਥੇ ਉਹ ਉਸ ਤਰੀਕੇ ਨਾਲ ਪੋਜ਼ਿਟਿਵ ਜਿਹੜੇ ਆ ਉਹ ਪਾਏ ਗਏ ਹੈਗੇ। ਉਹਨਾਂ ਨੇ ਇੱਕ ਨਵੀਂ ਦਹਿਸ਼ਤ ਪੈਦਾ ਹੋ ਗਈ। ਹੁਣ ਤੁਸੀਂ ਦੇਖੋ UK ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈ, ਉਹਨੇ ਇੰਡੀਆ ਜਾਣਾ ਸੀ 26 ਜਨਵਰੀ ਦੀ ਪਰੇਡ ਦੇ। ਸਾਡੇ ਦੇਸ਼ ਦੀ ਰਵਾਇਤ ਹੈ ਉੱਥੇ ਕਿ ਜਦੋਂ 26 ਜਨਵਰੀ ਹੁੰਦੀ ਹੈ, ਅਸੀਂ ਉੱਥੇ ਗੈਸਟ ਬੁਲਾਉਂਦੇ, ਗੈਸਟ ਦੂਸਰੇ ਕੰਟਰੀ ਤੋਂ ਆਉਂਦਾ, ਉਹਨੂੰ ਅਸੀਂ ਆਪਣੀਆਂ ਉਹਨੂੰ ਸਨਮਾਨ ਵੀ ਕਰਦੇ, ਅਸੀਂ ਆਪਣੀਆਂ ਪ੍ਰਾਪਤੀਆਂ ਦੱਸਦੇ ਕਿ ਅਸੀਂ ਸਾਇੰਸ ਵਿੱਚ ਹੈ ਅਚੀਵਮੈਂਟ ਹੈ, ਸਾਡੀਆਂ ਟੈਕਨੋਲੋਜੀ 'ਚ ਹੈ ਅਚੀਵਮੈਂਟ ਹੈ, ਸਾਡੀ ਆਰਮੀ ਇਸ ਤਰ੍ਹਾਂ ਹੋ ਗਈ। ਠੀਕ ਹੈ ਜੀ, ਅਸੀਂ ਹਰ ਤਰ੍ਹਾਂ ਦੀ ਜਿਹੜੀ ਅਚੀਵਮੈਂਟ ਉੱਥੇ ਪਰੇਡ ਹੁੰਦੀ, ਮਤਲਬ 2-3 ਘੰਟੇ ਲਗਾਤਾਰ ਪਰੇਡ ਚੱਲਦੀ ਹੈ, ਤੇ ਅਸੀਂ ਆਪਦੇ ਗੈਸਟ ਨੂੰ ਦਿਖਾਉਂਦੇ ਹਾਂ ਕਿ ਵੇਅਰ ਵੀ ਆਰ ਨਾਓ। 1947 'ਚ ਅਸੀਂ ਕਿੱਥੇ ਸੀ, ਅੱਜ ਅਸੀਂ ਕਿੱਥੇ। ਇਹ ਬੜੀ ਮਾਣ ਵਾਲੀ ਗੱਲ ਹੁੰਦੀ ਹੈ। 26 ਜਨਵਰੀ ਬੜਾ ਹਿਸਟੋਰੀਕਲ ਡੇ ਹੈ। ਉਸ ਦਿਨ ਦੇਸ਼ ਦਾ ਸੰਵਿਧਾਨ ਜਿਹੜਾ ਸੀ ਉਹ ਲਾਗੂ ਹੋਇਆ, ਤੇ ਉਹ ਬੋਰਿਸ ਨੂੰ ਸੱਦਿਆ ਸੀਗਾ ਪ੍ਰਾਈਮ ਮਿਨਿਸਟਰ ਨੂੰ। ਉਹ ਪ੍ਰਾਈਮ ਮਿਨਿਸਟਰ ਨੇ ਅਨਾਉਂਸ ਕਰਤਾ ਕਿ ਮੈਂ ਨਹੀਂ ਜਾ ਰਿਹਾ। ਸਿਚੁਏਸ਼ਨ ਡਿਫਰੈਂਟ ਹੈ ਕੰਟਰੀ ਵਿੱਚ। ਠੀਕ ਹੈ ਜੀ, ਔਰ ਬੜੀ ਇਹ ਟਾਪ ਪ੍ਰਾਇੋਰਟੀ ਹੈ ਉਸकी ਵਜ੍ਹਾ। ਹਾਂਜੀ, ਜੇ ਹੁਣ ਉਹ ਜਿੱਦ ਕਰੇ ਤਾਂ ਸਾਡੇ ਵੀ ਜਿੱਦ ਕਰਨ, ਨਹੀਂ ਜੀ ਅਸੀਂ ਤਾਂ ਪ੍ਰਬੰਧ ਕੀਤੇ ਤੁਹਾਡੇ ਵਾਸਤੇ, ਅਸੀਂ ਹੋਟਲ ਬੁੱਕ ਰੱਖਿਆ, ਉਹਨਾਂ ਲਈ ਵੀ ਠੀਕ ਨਹੀਂ ਸੀ। ਤੇ ਇਧਰੋਂ UK ਦੇ ਪ੍ਰੈਜ਼ੀਡੈਂਟ ਵੱਲੋਂ, ਪ੍ਰਾਈਮ ਮਿਨਿਸਟਰ ਵੱਲੋਂ ਵੀ ਠੀਕ ਨਹੀਂ ਸੀ ਵੀ ਨਹੀਂ ਮੈਨੂੰ ਤਾਂ ਮੇਰੇ ਮਿੱਤਰਾਂ ਨੇ, ਦੋਸਤਾਂ ਨੇ ਸੱਦਿਆ ਹੈਗਾ, ਮੈਨੂੰ ਤਾਂ ਮਸੇ ਮੌਕਾ ਮਿਲਿਆ, ਮੈਂ ਜਾਣਾ ਹੀ ਜਾਣਾ। ਠੀਕ ਹੈ ਜੀ, ਕਿਉਂਕਿ ਇਦਾਂ ਦੀ ਇੱਕ ਘਟਨਾ ਗੁਪਤਾ ਹੀ ਪਹਿਲਾਂ ਵਾਪਰ ਚੁੱਕੀ ਹੈ। ਜਦੋਂ COVID-19 ਦੇ ਸਿੰਪਟਮ ਪਤਾ ਲੱਗਣੇ ਸ਼ੁਰੂ ਹੋ ਗਏ ਸੀਗੇ, ਤੇ ਸਾਡੇ ਗੁਆਂਢ ਦੇ ਟਰੰਪ ਸਾਹਿਬ ਇਹ ਇੰਡੀਆ ਉੱਥੇ ਇੰਜੋਏ ਕਰ ਰਹੇ ਸੀ, ਔਰ ਇੰਜੋਏ ਵੀ ਕਿੱਥੇ ਕਰ ਰਹੇ ਸੀ, ਅਹਿਮਦਾਬਾਦ, ਔਰ ਲੱਖਾਂ ਦੀ ਗਿਣਤੀ 'ਚ ਲੋਕੀ ਇਕੱਠੇ ਕੀਤੇ ਹੋਏ ਸੀ ਉਦੋਂ। ਤੇ ਉਹ ਇਹਨਾਂ ਦੇ ਮੁੜਨ ਦੀ ਦੇਰ ਸੀਗੀ। ਅਮਰੀਕਾ ਵਿੱਚ ਵੀ ਅਨਾਉਂਸ ਹੋ ਗਿਆ, ਖਲਬਲੀ ਮਚ ਗਈ, ਤੇ ਇੰਡੀਆ ਵਿੱਚ ਵੀ ਖਲਬਲੀ ਮਚ ਗਈ। ਠੀਕ ਹੈ ਜੀ, ਉਹ ਜੇ ਅੱਜ ਇਹੋ ਜਿਹਾ ਫੈਸਲਾ ਲੈ ਲਿਆ ਗਿਆ, ਚੰਗਾ ਲੈ ਲਿਆ। ਇਹਨੂੰ ਪੋਲੀਟੀਕਲੀ ਵੀ ਚੰਗਾ ਹੀ ਕਹਿਣਾ ਚਾਹੀਦਾ, ਔਰ ਇਹਨੂੰ ਹੈਲਥ ਵਾਈਜ਼ ਦੀ ਲੋਕਾਂ ਦੇ ਭਲੇ ਲਈ ਵੀ ਇਹਨੂੰ ਚੰਗਾ ਹੀ ਕਹਿਣਾ ਚਾਹੀਦਾ। ਅੱਛਾ ਮੈਸੇਜ ਆਤਾ ਹੈ। ਹਾਂਜੀ, ਹੁਣ ਗੱਲ ਜਿਹੜੀ ਵੈਕਸੀਨ ਦੀ ਤੁਸੀਂ ਵਿੱਚ ਸ਼ੁਰੂ ਕੀਤੀ ਸੀਗੀ, ਵੈਕਸੀਨ ਬਹੁਤ ਚੰਗੀ ਗੱਲ ਹੈ ਗੁਪਤਾ ਜੀ। ਵੈਕਸੀਨ ਆ ਗਈ, ਪੂਰੇ ਵਰਲਡ ਦੇ ਵਿੱਚ ਆ ਗਈ, ਸਾਡੀ ਬੈਕ ਹੋਮ ਇੰਡੀਆ ਵਿੱਚ ਵੀ ਆ ਗਈ। ਉੱਥੇ 2 ਕੰਪਨੀਆਂ ਨੂੰ ਮਾਨਤਾ ਵੀ ਮਿਲ ਗਈ, ਉਹਨਾਂ ਨੂੰ ਕਹਿ ਵੀ ਦਿੱਤਾ ਕਿ ਰੀਟੈਸਟਿੰਗ ਜਿਹੜੀ ਆ ਉਹ ਸ਼ੁਰੂ ਕਰਤੀ ਜਾਵੇ। ਮੈਨੀਟੋਬਾ ਦੇ ਵਿੱਚ ਵੀ ਵੈਕਸੀਨ ਆ ਗਈ। ਮੈਨੀਟੋਬਾ 'ਚ ਮੰਡੇ ਕੱਲ 700
Around 800 ਬੰਦਿਆਂ 800 ਨੂੰ ਉਹਨੂੰ ਇਮਿਊਨਾਈਜ਼ ਕੀਤਾ ਗਿਆ उनकी टॉप प्रायोरिटी ਹਾਂਜੀ फ्रंट लाइन ਔਰ ਜਿਹੜੇ ਫਰੰਟ ਲਾਈਨਰ ਹੈਗੇ ਹੈਲਥ ਨਾਲ ਖਾਸ ਕਰਕੇ ਰਿਲੇਟਡ ਪੁਲਿਸ ਨਾਲ ਰਿਲੇਟਡ ਉਹਨਾਂ ਨੂੰ ਪ੍ਰਾਇੋਰਟੀ ਤੇ ਜਿਹੜਾ ਉਹ ਮੈਡੀਸਨ ਜਿਹੜੀ ਆ वैक्सीन रब्ता रहता है लोगों के साथ बिल्कुल पेशेंट ਦੇਖੋ ਇਹ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਵੈਕਸੀਨ ਆ ਗਈ ਹੈ ਜੀ। ਇਹ ਭਾਵੇਂ ਗਵਰਨਮੈਂਟ ਨੇ ਇਹਨੂੰ ਮੈਂਡੇਟਰੀ ਨਹੀਂ ਕਿਹਾ, ਅਜੇ ਤੱਕ ਤਾਂ ਕਿਹਾ ਨਹੀਂ ਕਿ ਸਾਰੇ ਲਵਾਓ, ਜ਼ਰੂਰੀ ਲਵਾਉਣਾ, ਕਾਨੂੰਨੀ ਤੌਰ ਤੇ ਇਦਾਂ ਦੀ ਕੋਈ ਗੱਲ ਨਹੀਂ ਕਹੀ, ਪਰ ਲਵਾਉਣੀ ਚਾਹੀਦੀ ਹੈਗੀ ਹੈ। ਜਦੋਂ ਵੀ ਵਾਰੀ ਆਉਂਦੀ, ਜਦੋਂ ਵੀ ਨੰਬਰ ਆਉਂਦਾ, ਜਦੋਂ ਵੀ ਵੈਕਸੀਨ ਹੋਰ ਆ ਜਾਂਦੀ, ਅਜੇ ਤਾਂ ਸਾਰੀ 7,000 ਦੇ ਕਰੀਬ ਜਿਹੜੀ ਆ ਡੋਜ਼ ਆਈ ਹੈਗੀ ਆ। ਔਰ ਉਹ ਸਾਰੀ ਪ੍ਰਾਇੋਰਟੀ ਜਿਹੜੀ ਆ ਇੱਕ ਹੈਲਥ ਨੂੰ ਜਾਂ ਜਿਹੜੇ ਫਰੰਟ ਲਾਈਨਰ ਹੈਗੇ ਆ, ਔਰ ਦੂਸਰੇ ਫਸਟ ਨੇਸ਼ਨਸ ਨੂੰ ਪ੍ਰਾਇੋਰਟੀ ਹੈਗੀ ਆ। ਉਹ ਜਿੱਥੇ ਗਵਰਨਮੈਂਟ ਨੂੰ ਲੱਗਦਾ, ਹੈਲਥ ਅਥਾਰਟੀਜ਼ ਨੂੰ ਲੱਗਦਾ ਕਿ ਇੱਥੋਂ ਸਪਰੈਡ ਹੋਣ ਦੇ ਚਾਂਸ ਆ, ਇੱਥੇ ਇਹਨੂੰ ਸਨੱਬ ਕਰਨ ਦੀ ਲੋੜ ਹੈ, ਦੱਬਣ ਦੀ ਲੋੜ ਹੈ, ਉੱਥੇ ਪਹਿਲ ਹੈ। ਤੇ ਬਾਕੀ ਸਾਰਿਆਂ ਨੂੰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਅਸੀਂ ਉਹ ਇੰਸਟਰਕਸ਼ਨਸ ਫॉलो ਕਰੀਏ। ਔਰ ये जो अवेलेबिलिटी है इसकी, ये इज देयर एनी चार्जेस और इज कवर्ड अंडर मैंडेटरी? ਅਜੇ ਤੱਕ ਅਨਾਉਂਸਮੈਂਟ ਇਸ ਤਰ੍ਹਾਂ ਦੀ ਨਹੀਂ ਹੈਗੀ। ਮੈਨੂੰ ਲੱਗਦਾ ਨਹੀਂ ਹੈਗਾ ਕਿ ਚਾਰजेस ਹੋਣ, ਕਿਉਂਕਿ ਕੈਨੇਡਾ ਗਵਰਨਮੈਂਟ ਨੇ ਤਾਂ ਲੋਕਾਂ ਨੂੰ ਇਹ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈਗੀ ਕਿ ਮਹਿਸੂਸ ਹੀ ਨਾ ਹੋਵੇ ਕਿ ਇਹ ਇਸ ਤਰੀਕੇ ਨਾਲ ਫਾਈਨੈਂਸ਼ੀਅਲ ਬਰਡਨ। ਹਾਂਜੀ, ਤੇ ਮੈਨੂੰ ਲੱਗਦਾ ਕਿ ਇਹਦੇ ਵਿੱਚ ਵੀ ਉਹ ਇਸ ਤਰ੍ਹਾਂ ਨਹੀਂ ਕਰਨਗੇ। ਹੁਣ ਫਿਰ ਵੀ ਸ਼ਾਰਟ ਲੱਗਦੇ ਜੀ, ਐਵਰੀ ਈਅਰ ਲੱਗਦੇ ਹੈਗੇ, ਫ੍ਰੀ ਹੁੰਦੇ। ਡਾਕਟਰ ਜਿਹੜਾ ਫੈਮਿਲੀ ਡਾਕਟਰ ਤੁਹਾਨੂੰ ਪੁੱਛਦਾ ਆਪ, ਈਚ ਕਾਸਟ $45 ਟੂ ਦ ਡਾਕਟਰ ਮੇ ਬੀ। ਹਾਂਜੀ, ਤੇ ਇਹ ਕੋਵਿਡ ਦੀ ਦਵਾਈ ਵੀ ਜਿਹੜੀ ਹੈ ਮੈਨੂੰ ਲੱਗਦਾ ਕਿ ਫ੍ਰੀ ਹੋਏਗੀ, ਪਰ ਹੋ ਸਕਦਾ ਆਇਆ ਨਹੀਂ ਅਭੀ ਤੱਕ। ਹਾਂਜੀ, ਹੋ ਸਕਦਾ ਜੀ ਕੋਈ ਪੋਲੀਓ ਦੀ ਦਵਾਈ ਵਾਂਗੂ ਕੋਈ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਇਹ ਆਪਟ ਕਰ ਲਵੇ ਕਿ ਇਹਦਾ ਖਰਚਾ ਅਸੀਂ ਬੇਅਰ ਕਰ ਲਾਂਗੇ। ਹੋ ਸਕਦਾ, ਆਈ ਐਮ ਨਾਟ ਵੈਰੀ ਮਚ ਸ਼ੋਰ, ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਦਾਂ ਦੀ ਗੱਲ ਹੋ ਜਾਵੇ ਜਿਵੇਂ ਰੋਟਰੀ ਇੰਟਰਨੈਸ਼ਨਲ ਨੇ ਫੈਸਲਾ ਕੀਤਾ ਸੀ ਕਿ ਪੂਰੇ ਵਰਲਡ ਦੇ ਵਿੱਚ ਪੋਲੀਓ ਦੀ ਦਵਾਈ ਜਿੱਥੇ ਵੀ ਪਿਲਾਈ ਜਾਊਗੀ ਉਹਦਾ ਖਰਚਾ ਬੇਅਰ ਜਿਹੜਾ ਉਹ ਰੋਟਰੀ ਇੰਟਰਨੈਸ਼ਨਲ ਕਰੂਗੀ। ਉਹ 'ਚ ਸਾਰੇ ਲੋਕ ਮੈਂਬਰ ਹੁੰਦੇ ਆ, ਅਸੀਂ ਤੁਸੀਂ ਵੀ ਮੈਂਬਰ ਬਣ ਸਕਦੇ ਹੈਗੇ, ਅਸੀਂ ਤੁਸੀਂ ਵੀ ਕੰਟਰੀਬਿਊਟ ਕਰ ਸਕਦੇ ਹਾਂ। ਦਾਨ ਹੀ ਦੇਣਾ ਹੁੰਦਾ ਕਿਸੇ ਤਰੀਕੇ ਨਾਲ। ਜੇ ਸਾਡੇ ਵੱਲੋਂ ਥੋੜਾ ਬਹੁਤਾ ਦਾਨ ਦਿੱਤਾ ਕਿਸੇ ਦਾ ਫਾਇਦਾ ਕਰਦਾ ਹੋਵੇ, ਜ਼ਰੂਰ ਕਰਨਾ ਚਾਹੀਦਾ ਹੈਗਾ। ਇਸੇ ਤਰੀਕੇ ਨਾਲ ਕੋਵਿਡ ਦੀ ਪ੍ਰੋਬਲਮ ਲਈ ਵੀ ਜੇ ਸਰਕਾਰ ਵੱਲੋਂ ਫ੍ਰੀ ਹੋਵੇ ਤਾਂ ਵੀ ਚੰਗੀ ਗੱਲ ਹੈ। ਚਲੋ ਭਾਵੇਂ ਪੈਸੇ ਤੇ ਟੈਕਸ ਪੇਅਰ ਦੇ ਜਾਣੇ ਹੁੰਦੇ, ਤੇ ਜੇ ਕੋਈ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਇਹਨੂੰ ਅਡਾਪਟ ਕਰ ਲਵੇ ਉਹ ਬਹੁਤ ਵਧੀਆ ਹੈਗੀ। ये बड़ी अच्छी अहम जानकारी कोविड लेके आप आए हैं। नाज़रीन, आपका वॉइस ऑफ इंडिया के साथ जुड़ने के लिए बहुत बहुत शुक्रिया। आपने राय से मैं जुड़ूँ वाजे का। थैंक यू वेरी मच।